2016 ਦੇ ਵਿੱਚ ਜਦੋਂ ਮੈਂ ਫਸਟ ਅਟੈਂਪਟ ਦਿੱਤਾ ਮੇਰਾ PCS 30 ਨੰਬਰਾਂ ਤੋਂ ਰਹਿ ਗਿਆ। ਮੈਂ ਸੋਚਿਆ ਕਿ ਬੇਰੋਜ਼ਗਾਰ ਬੈਠਣ ਨਾਲੋਂ ਤਾਂ ਚੰਗਾ ਕਿ ਘਰੇ ਗੱਲ ਕੀਤੀ ਤਾਂ ਉਹਨਾਂ ਨੇ ਮੇਰੀ ਫੈਮਿਲੀ ਨੇ ਬਿਲਕੁਲ ਹੀ ਇਨਕਾਰ ਕਰ ਦਿੱਤਾ। ਮੇਰੇ ਘਰ ਦੇ ਨਹੀਂ ਸੀ ਚਾਹੁੰਦੇ ਕਿ ਮੈਂ ਜਦੋਂ ਮੈਂ ਇਨਫੋਸਿਸ ਛੱਡ ਕੇ ਵਾਪਸ ਆਈ ਤਾਂ ਬਹੁਤ ਸਾਰੇ ਜਣਿਆਂ ਨੇ ਮੇਰੇ, ਪਰ ਜਦੋਂ ਨਤੀਜਾ ਆਇਆ ਤਾਂ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਮੈਨੂੰ ਇਹ ਮਹਿਸੂਸ ਹੋਇਆ ਕਿ कुछ इस कदर तय की हमने सारी मंजिलें, गिर पड़े गिर कर उठे उठ कर चल दिए। मेरा नाम गुरविंदर कौर है। मैं रीसेंटली PCS ਦਾ एग्ज़ाम क्लीयर ਕੀਤਾ। बचपन तो ही मेरे पापा ਦਾ ख्वाब ਸੀ ਕਿ ਮੈਂ ਵੱਡੇ ਹੋ ਕੇ ਆਫੀਸਰ ਬਣਾ। ਉਹਨਾਂ ਨੇ ਮੇਰੇ ਦਿਮਾਗ ਦੇ ਵਿੱਚ ਬਚਪਨ ਵਿੱਚ ਹੀ ਇਹ ਸੀਡ ਪਲਾਂਟ ਕਰ ਦਿੱਤਾ ਸੀ ਕਿ ਮੈਂ ਵੱਡੇ ਹੋ ਕੇ ਆਫੀਸਰ ਬਣਨਾ ਹੀ ਬਣਨਾ। ਮੈਂ ਇੱਕ ਛੋਟੇ ਸ਼ਹਿਰ ਨੂੰ ਬਿਲੋਂਗ ਕਰਦੀ ਹਾਂ। 10ਵੀਂ ਤੋਂ ਬਾਅਦ ਮੈਨੂੰ ਕੋਈ ਗਾਈਡੈਂਸ ਨਹੀਂ ਸੀ ਕਿ ਇਸ ਮੰਜ਼ਿਲ ਤੱਕ ਪਹੁੰਚਣਾ ਕਿਵੇਂ ਹੈ। ਉਸ ਸਮੇਂ ਇੰਜੀਨੀਅਰਿੰਗ ਦਾ ਬਹੁਤ ਦੌਰ ਸੀ ਤੇ ਮੈਂ 10ਵੀਂ ਤੋਂ ਬਾਅਦ ਇੰਜੀਨੀਅਰਿੰਗ ਕਰਨ ਦਾ ਫੈਸਲਾ ਲਿਆ। ਮੈਂ ਸੋਚਿਆ ਕਿ ਮੈਂ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ। ਅਗਰ ਆਪਾਂ ਕਿਤੇ ਹੋਰ ਕਾਮਯਾਬ ਨਾ ਵੀ ਹੋ ਸਕੇ ਤਾਂ ਇੰਜੀਨੀਅਰਿੰਗ ਕਰਕੇ ਕੋਈ ਨਾ ਕੋਈ ਨੌਕਰੀ ਤਾਂ ਜ਼ਰੂਰ ਹਾਸਿਲ ਹੋ ਜਾਊਗੀ। 2015 ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਟੈਕ ਕਰਕੇ ਕੈਂਪਸ ਪਲੇਸਮੈਂਟ ਇਨਫੋਸਿਸ ਦੇ ਵਿੱਚ ਹਾਸਿਲ ਕੀਤੀ। ਇਸ ਨੌਕਰੀ ਤੋਂ ਕੁਝ ਸਮੇਂ ਬਾਅਦ ਹੀ ਮੈਂ ਇਹ ਮਹਿਸੂਸ ਕੀਤਾ ਕਿ ਮੇਰੇ ਆਫੀਸਰ ਬਣਨ ਦੇ ਸੁਪਨੇ ਵਿੱਚ ਇਹ ਨੌਕਰੀ ਇੱਕ ਰੁਕਾਵਟ ਹੈ। ਇਸ ਦੇ ਨਾਲ ਮੈਂ ਆਪਣੇ ਸੁਪਨੇ ਦੇ ਵੱਲ ਅੱਗੇ ਨਹੀਂ ਵੱਧ ਸਕਦੀ। ਇਸ ਲਈ ਮੈਂ ਇਹ ਨੌਕਰੀ ਛੱਡਣ ਦਾ ਫੈਸਲਾ ਕੀਤਾ। 2015 ਦੇ ਵਿੱਚ ਵਾਪਸ ਆ ਕੇ ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਸ਼ੁਰੂ ਕੀਤੀ। ਮੈਨੂੰ ਜਦੋਂ ਮੈਂ ਇਨਫੋਸਿਸ ਛੱਡ ਕੇ ਵਾਪਸ ਆਈ ਤਾਂ ਬਹੁਤ ਸਾਰੇ ਜਣਿਆਂ ਨੇ ਮੇਰੇ ਇਨਫੋਸਿਸ ਛੱਡਣ ਦੇ ਫੈਸਲੇ ਦੀ ਮੁਖਾਲਫਤ ਕੀਤੀ। ਮੈਨੂੰ ਇਹ ਮਹਿਸੂਸ ਹੋਇਆ ਕਿ ਜ਼ਿੰਦਗੀ ਦੇ ਵਿੱਚ ਜਦੋਂ ਵੀ ਆਪਾਂ ਕੋਈ ਅਹਿਮ ਫੈਸਲੇ ਲੈਂਦੇ ਹਾਂ ਉਹਨਾਂ ਨੂੰ ਸਾਨੂੰ ਸਹੀ ਸਾਬਿਤ ਕਰਕੇ ਦਿਖਾਉਣਾ ਪੈਂਦਾ। 2015 ਦੇ ਵਿੱਚ ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਸ਼ੁਰੂ ਕੀਤੀ। ਮੈਂ ਇਹ ਸੋਚਿਆ ਕਿ ਮੈਂ ਸਕੂਲ ਦੀ ਟੌਪਰ ਹਾਂ, ਕਾਲਜ ਦੀ ਟੌਪਰ ਹਾਂ, ਮੈਂ ਤਾਂ ਬੜੀ ਜਲਦੀ PCS ਕਲੀਅਰ ਕਰ ਲੈਣਾ। ਪਰ ਮੈਂ ਸੋਚਿਆ ਜਦੋਂ ਮੇਰਾ ਪੇਪਰ ਨਹੀਂ ਕਲੀਅਰ ਹੋਇਆ ਕਿ ਕੋਈ ਗੱਲ ਨਹੀਂ, ਆਪਣਾ ਇਹ ਫਸਟ ਅਟੈਂਪਟ ਸੀ ਤੇ ਆਪਣੀ ਤਿਆਰੀ ਵੀ ਘੱਟ ਸੀ, ਅਗਲੀ ਵਾਰ ਆਪਾਂ ਹੋਰ ਮਿਹਨਤ ਨਾਲ ਦੁਬਾਰਾ ਪੇਪਰ ਦੇਵਾਂਗੇ। ਇਸ ਦੌਰਾਨ ਹੀ ਪਟਵਾਰੀ ਦਾ ਪੇਪਰ ਆਇਆ ਤੇ ਮੈਂ ਪਟਵਾਰੀ ਦੀ ਨੌਕਰੀ ਜੁਆਇਨ ਕਰ ਲਈ। ਮੇਰੇ ਘਰ ਦੇ ਨਹੀਂ ਸੀ ਚਾਹੁੰਦੇ ਕਿ ਮੈਂ ਪਟਵਾਰੀ ਦੀ ਨੌਕਰੀ ਜੁਆਇਨ ਕਰਾਂ। ਉਹਨਾਂ ਦਾ ਮੰਨਣਾ ਸੀ ਕਿ ਅਗਰ ਮੈਂ ਪਟਵਾਰੀ ਦੀ ਨੌਕਰੀ ਜੁਆਇਨ ਕਰ ਲਈ ਤਾਂ ਮੈਂ ਅਫਸਰ ਬਣਨ ਦੇ ਰਸਤੇ ਤੋਂ ਭਟਕ ਜਾਊਂਗੀ। ਪਰ ਮੇਰਾ ਮੰਨਣਾ ਕੁਝ ਹੋਰ ਸੀ। ਮੈਂ ਸੋਚਿਆ ਕਿ ਘਰ ਵਿੱਚ ਬੇਰੋਜ਼ਗਾਰ ਬੈਠਣ ਨਾਲੋਂ ਤਾਂ ਚੰਗਾ ਹੈ ਕਿ ਮੈਂ ਪਟਵਾਰੀ ਦੀ ਨੌਕਰੀ ਜੁਆਇਨ ਕਰ ਲਵਾਂ, ਕਿਉਂਕਿ ਮੈਂ ਇਹ ਮੰਨਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਚਾਹੀਦਾ। ਜਦੋਂ ਅਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੁੰਦੇ ਹਾਂ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਬਿਹਤਰੀਨ ਤਰੀਕੇ ਨਾਲ ਲੈ ਪਾਉਂਦੇ ਹਾਂ। ਔਰਤਾਂ ਨੂੰ ਖਾਸ ਕਰਕੇ ਔਰਤਾਂ ਨੂੰ ਇੰਨਾ ਜ਼ਿਆਦਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ ਕਿ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਫਾਦਰ ਕੀ ਕਰ ਰਹੇ ਨੇ, ਤੁਹਾਡੇ ਹਸਬੈਂਡ ਕੀ ਕਰ ਰਹੇ ਨੇ, ਤੁਸੀਂ ਤੁਹਾਡੇ ਫਾਈਨੈਂਸਿਸ ਲਈ ਖੁਦ ਰਿਸਪੌਂਸੀਬਲ ਹੋਣੇ ਚਾਹੀਦੇ ਹੋ। ਇਸੇ ਲਈ ਇਸ ਸੋਚ 'ਤੇ ਪਹਿਰਾ ਦਿੰਦੇ ਹੋਏ ਮੈਂ ਪਟਵਾਰੀ ਦੀ ਨੌਕਰੀ ਜੁਆਇਨ ਕਰ ਲਈ। ਪਟਵਾਰੀ ਦੇ ਨਾਲ ਹੀ ਮੈਂ ਆਪਣੀ ਪੜ੍ਹਾਈ ਜਾਰੀ ਰੱਖੀ। 2018 ਦੇ ਵਿੱਚ ਫਿਰ ਤੋਂ PCS ਆਇਆ। ਜਦੋਂ ਇਹ ਵਾਲਾ PCS ਆਇਆ, ਪਿਛਲੇ 2 ਸਾਲਾਂ ਤੋਂ ਮੈਂ ਲਗਾਤਾਰ ਨੌਕਰੀ ਦੇ ਨਾਲ ਤਿਆਰੀ ਤਾਂ ਕਰ ਹੀ ਰਹੀ ਸੀ। ਮੈਨੂੰ ਲੱਗਿਆ ਕਿ ਆਪਣੀ ਇਸ ਵਾਰੀ ਬਹੁਤ ਤਿਆਰੀ ਹੈ ਤੇ ਮੈਂ ਪੇਪਰ ਕਲੀਅਰ ਕਰ ਲੈਣਾ। ਜਦੋਂ ਪ੍ਰੀਲਿਮਸ ਹੋਇਆ ਮੇਰਾ ਪੇਪਰ ਬਹੁਤ ਵਧੀਆ ਹੋਇਆ ਸੀ, ਪਰ ਜਦੋਂ ਨਤੀਜਾ ਆਇਆ ਤਾਂ ਮੇਰਾ ਪੇਪਰ ਨਹੀਂ ਕਲੀਅਰ ਹੋਇਆ। ਮੈਂ ਕੱਟ ਆਫ ਤੋਂ 4 ਨੰਬਰ ਪਿੱਛੇ ਰਹਿ ਗਈ। ਮੈਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ। ਆਈ ਵਾਜ਼ ਕੰਪਲੀਟਲੀ ਸ਼ੈਟਰਡ ਐਟ ਦੈਟ ਟਾਈਮ। ਮੈਂ ਦੁਬਾਰਾ ਇਹ ਮਹਿਸੂਸ ਕੀਤਾ ਕਿ ਇਸ ਐਗਜ਼ਾਮ ਦੇ ਵਿੱਚ ਇਹ ਮੈਟਰ ਹੀ ਨਹੀਂ ਕਰਦਾ ਕਿ ਤੁਸੀਂ ਟੌਪਰ ਹੋ ਜਾਂ ਮਿਡਿਓਕਰ ਹੋ। ਇਸ ਐਗਜ਼ਾਮ ਦੇ ਵਿੱਚ ਤੁਹਾਨੂੰ ਲਗਾਤਾਰ ਸਖਤ ਮਿਹਨਤ ਕਰਨੀ ਪੈਂਦੀ ਹੈ। ਉਸ ਸਮੇਂ ਜਦੋਂ ਮੈਂ ਬਹੁਤ ਨਿਰਾਸ਼ ਸੀ ਤਾਂ ਮੇਰੇ ਫੈਮਿਲੀ ਨੇ, ਮੇਰੇ ਕੁਝ ਖਾਸ ਦੋਸਤਾਂ ਨੇ ਤੇ ਮੇਰੇ ਟੀਚਰਸ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਮੈਂ ਇਹ ਮਹਿਸੂਸ ਕੀਤਾ ਕਿ ਉਹਨਾਂ ਦੇ ਹੌਸਲੇ ਸਦਕਾ ਮੈਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਹੋਈ। ਤੇ ਉਸ ਤੋਂ ਬਾਅਦ ਜਦੋਂ ਵੀ ਮੈਂ ਕਦੇ ਪਟਵਾਰੀ ਦੀ ਨੌਕਰੀ ਦੇ ਦੌਰਾਨ ਕਿਸੇ ਵੀ ਵੱਡੇ ਅਫਸਰ ਨੂੰ ਮਿਲਣ ਜਾਂਦੀ ਤਾਂ ਮੇਰੇ ਅੰਦਰ ਆਫੀਸਰ ਬਣਨ ਦੀ ਚਿੰਗਾਰੀ ਭਾਂਬੜ ਬਣ ਜਾਂਦੀ। ਮੈਂ ਇਹ ਸੋਚਦੀ ਕਿ ਆਪਾਂ ਨੇ ਇਸ ਮੰਜ਼ਿਲ ਤੱਕ ਪਹੁੰਚਣਾ ਹੀ ਪਹੁੰਚਣਾ ਹੈ। ਘਰ ਆ ਕੇ ਮੈਂ ਆਪਣੀ ਮਿਹਨਤ ਨੂੰ ਦੁੱਗਣਾ ਕਰ ਦਿੰਦੀ। ਜਦੋਂ 2020 ਵਾਲਾ PCS ਆਇਆ ਤਾਂ ਮੇਰੀ ਇਸ ਵਾਰ ਬਹੁਤ ਜ਼ਿਆਦਾ ਤਿਆਰੀ ਸੀ। ਮੈਂ ਸੋਚਿਆ ਸੀ ਕਿ ਇਸ ਵਾਰ ਤਾਂ ਆਪਾਂ ਨੇ ਕਾਮਯਾਬੀ ਹਾਸਿਲ ਕਰ ਲੈਣੀ ਹੈ। 2020 ਦਾ ਪ੍ਰੀਲਿਮਸ ਬੜਾ ਹੀ ਔਖਾ ਸੀ। ਪੇਪਰ ਦੇ ਕੇ ਆ ਕੇ ਮੈਂ ਫਿਰ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋਈ। ਮੈਨੂੰ ਲੱਗਿਆ ਕਿ ਸ਼ਾਇਦ ਇਸ ਵਾਰੀ ਵੀ ਆਪਾਂ ਨੂੰ ਕਾਮਯਾਬੀ ਨਾ ਹਾਸਿਲ ਹੋਵੇ। ਪਰ ਜਦੋਂ ਨਤੀਜਾ ਆਇਆ ਤਾਂ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਮੇਰਾ ਪ੍ਰੀਲਿਮਸ ਕਲੀਅਰ ਹੋ ਗਿਆ। ਕਿਉਂਕਿ ਮੈਂ ਲਗਾਤਾਰ ਸਖਤ ਮਿਹਨਤ ਕਰ ਰਹੀ ਸੀ ਤਾਂ ਮੇਰੀ ਮੇਨਸ ਦੀ ਤਾਂ ਤਿਆਰੀ ਸੀ ਹੀ। ਮੈਂ ਮੇਨਸ ਵੀ ਕਲੀਅਰ ਕਰ ਲਿਆ। ਜਦੋਂ ਇੰਟਰਵਿਊ ਕਾਲ ਆਈ ਤਾਂ ਮੈਂ ਮਹਿਸੂਸ ਕੀਤਾ ਕਿ ਮੈਨੂੰ ਬਹੁਤ ਡਰ ਲੱਗ ਰਿਹਾ। ਮੈਨੂੰ ਇਹ ਲੱਗ ਰਿਹਾ ਸੀ ਕਿ 3 ਅਟੈਂਪਟਸ ਤੱਕ ਆਪਾਂ ਇੱਥੇ ਪਹੁੰਚੇ ਹਾਂ, ਕਿਤੇ ਆਪਾਂ ਇੱਥੋਂ ਹੀ ਨਾ ਡਿੱਗ ਜਾਈਏ। ਇੰਨਾ ਡਰ ਸੀ ਕਿ ਮੈਂ ਬਹੁਤ ਘਬਰਾਈ ਹੋਈ ਸੀ। ਮੈਂ ਫਿਰ ਵੀ ਬਹੁਤ ਹੌਸਲੇ ਨਾਲ
ਬਹੁਤ ਹਿੰਮਤ ਨਾਲ ਇੰਟਰਵਿਊ ਦਿੱਤੀ ਔਰ ਮੇਰੀ ਇੰਟਰਵਿਊ ਕਲੀਅਰ ਹੋ ਗਈ। ਮੇਰਾ ਫਾਈਨਲ ਲਿਸਟ ਦੇ ਵਿੱਚ ਨਾਮ ਆ ਗਿਆ। ਜਦੋਂ ਲਿਸਟ ਦੇ ਵਿੱਚ ਨਾਮ ਆਇਆ ਤਾਂ ਕੁਝ ਪਲਾਂ ਲਈ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਮੈਂ ਬਾਰ-ਬਾਰ ਰਿਜ਼ਲਟ ਚੈੱਕ ਕੀਤਾ ਤੇ ਫਿਰ ਆਖਿਰ ਯਕੀਨ ਆਇਆ ਕਿ ਹਾਂ, ਆਪਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਹਾਸਲ ਕਰ ਲਿਆ। ਜਦੋਂ ਇਸ ਤੋਂ ਬਾਅਦ ਅਗਲੀ ਸਵੇਰ ਤੋਂ ਹੀ ਲੋਕਾਂ ਦਾ ਘਰੇ ਮੁਬਾਰਕਬਾਦ ਦੇਣ ਲਈ ਸਿਲਸਿਲਾ ਸ਼ੁਰੂ ਹੋਇਆ। ਉਸ ਸਮੇਂ ਮੈਂ ਮਹਿਸੂਸ ਕੀਤਾ ਕਿ ਅਸਲੀ ਮੁਬਾਰਕਬਾਦ ਦੇ ਹੱਕਦਾਰ ਮੇਰੇ ਪੇਰੈਂਟਸ ਨੇ ਤੇ ਮੇਰੇ ਕੁਝ ਖਾਸ ਦੋਸਤ ਨੇ, ਜਿਨ੍ਹਾਂ ਨੇ ਇਸ ਸਾਰੇ ਸੰਘਰਸ਼ ਦੇ ਦੌਰਾਨ ਮੇਰਾ ਸਾਥ ਦਿੱਤਾ। ਸਾਰਾ 2015 ਤੋਂ ਲੈ ਕੇ 2021 ਤੱਕ ਦਾ ਮੈਨੂੰ ਸਾਰਾ ਵਕਤ ਸਫ਼ਰ ਯਾਦ ਆਇਆ। ਮੈਂ ਇਹ ਸੋਚਿਆ ਕਿ ਇਸ ਸੰਘਰਸ਼ ਦੇ ਵਿੱਚ ਮੈਂ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਕਿਹੜੀਆਂ-ਕਿਹੜੀਆਂ ਚੁਣੌਤੀਆਂ ਨੂੰ ਮੈਂ ਖਿੜੇ ਮੱਥੇ ਇਸਤਕਬਾਲ ਕਰਕੇ ਆਪਣੇ ਇਸ ਸੰਘਰਸ਼ ਨੂੰ ਜਾਰੀ ਰੱਖਿਆ। ਦੋਸਤੋ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਕਾਮਯਾਬੀ ਕਦੇ ਵੀ ਸਾਨੂੰ ਪਲੇਟ 'ਚ ਪਰੋਸ ਕੇ ਨਹੀਂ ਮਿਲਦੀ। ਇਹਦੇ ਲਈ ਸਾਨੂੰ ਸਖਤ ਮਿਹਨਤ ਅਤੇ ਸਬਰ ਦੀ ਬਹੁਤ ਜ਼ਰੂਰਤ ਹੁੰਦੀ ਹੈ। 2015 ਦੇ ਵਿੱਚ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ। 2021 ਤੱਕ ਮੈਨੂੰ ਇਸ ਸਫ਼ਰ ਨੂੰ ਕੰਪਲੀਟ ਕਰਦੇ ਹੋਏ 7 ਸਾਲ ਲੱਗ ਗਏ। ਮੈਂ ਇਸ ਸਫ਼ਰ ਦੇ ਵਿੱਚ ਹਜ਼ਾਰਾਂ ਇਹੋ ਜਿਹੇ ਇੰਸੀਡੈਂਟ ਮਹਿਸੂਸ ਕੀਤੇ ਜਿੱਥੇ ਮੈਂ ਬਹੁਤ ਮਾਯੂਸ ਹੋ ਸਕਦੀ ਸੀ, ਜਿੱਥੇ ਮੈਂ ਬਿਲਕੁਲ ਟੁੱਟ ਕੇ ਬੈਠ ਸਕਦੀ ਸੀ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਜਦੋਂ ਵੀ ਤੁਹਾਨੂੰ ਇਹੋ ਜਿਹੇ ਇੰਸੀਡੈਂਟ ਤੁਹਾਡੀ ਜ਼ਿੰਦਗੀ 'ਚ ਆਉਂਦੇ ਨੇ ਤਾਂ ਤੁਸੀਂ ਨੇ ਹਮੇਸ਼ਾ ਇਹ ਯਾਦ ਰੱਖਣਾ ਹੈ ਕਿ ਤੁਹਾਡੀ ਜਿਹੜੀ ਮੰਜ਼ਿਲ ਹੈ ਉਹ ਬਹੁਤ ਖੂਬਸੂਰਤ ਹੈ। ਜਦੋਂ ਤੁਹਾਡੀ ਮੰਜ਼ਿਲ ਬਹੁਤ ਵੱਡੀ ਹੈ ਤੇ ਬਹੁਤ ਖੂਬਸੂਰਤ ਹੈ ਤਾਂ ਤੁਹਾਡਾ ਸੰਘਰਸ਼ ਕਿਵੇਂ ਛੋਟਾ ਹੋ ਸਕਦਾ ਹੈ। ਜ਼ਿੰਦਗੀ 'ਚ 2 ਗੱਲਾਂ ਹਮੇਸ਼ਾ ਯਾਦ ਰੱਖੋ। ਆਪਣੇ ਦਾਇਰੇ ਦੇ ਵਿੱਚ ਉਹਨਾਂ ਲੋਕਾਂ ਦੀ ਅਹਿਮੀਅਤ ਨੂੰ ਸਮਝੋ ਜਿਹੜੇ ਤੁਹਾਨੂੰ ਹਮੇਸ਼ਾ ਮੋਟੀਵੇਟ ਕਰਦੇ ਨੇ, ਤੁਹਾਨੂੰ ਤੁਹਾਡੇ ਸੁਪਨਿਆਂ ਵੱਲ ਪ੍ਰੇਰਿਤ ਕਰਦੇ ਨੇ। ਤੁਸੀਂ ਜਦੋਂ ਵੀ ਐਵੇਂ ਦੇ ਲੋਕਾਂ ਦੇ ਦਾਇਰੇ 'ਚ ਹੁੰਦੇ ਹੋ ਤਾਂ ਤੁਸੀਂ ਆਪਣੇ ਸੁਪਨਿਆਂ ਵੱਲ ਹੋਰ ਅੱਗੇ ਵੱਧਦੇ ਜਾਂਦੇ ਹੋ। ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਕੰਮ ਹੈ ਕਿਸੇ ਨੂੰ ਮੋਟੀਵੇਟ ਕਰਨਾ ਤੇ ਜ਼ਿੰਦਗੀ ਦਾ ਸਭ ਤੋਂ ਬਦਤਰੀਨ ਕੰਮ ਹੈ ਕਿਸੇ ਨੂੰ ਡੀਮੋਟੀਵੇਟ ਕਰਨਾ। ਜਿਹੜੇ ਲੋਕ ਤੁਹਾਨੂੰ ਤੁਹਾਡੇ ਸੁਪਨਿਆਂ ਤੋਂ ਦੂਰ ਕਰਦੇ ਨੇ, ਤੁਹਾਨੂੰ ਡੀਮੋਟੀਵੇਟ ਕਰਦੇ ਨੇ, ਡਰੈਗ ਡਾਊਨ ਫੀਲ ਕਰਾਉਂਦੇ ਨੇ, ਤਾਂ ਤੁਸੀਂ ਉਹਨਾਂ ਲੋਕਾਂ ਤੋਂ ਦੂਰੀ ਬਣਾ ਲਓ ਇੱਥੋਂ ਪਹਿਲਾਂ ਕਿ ਉਹ ਤੁਹਾਨੂੰ ਤੁਹਾਡੇ ਸੁਪਨਿਆਂ ਤੋਂ ਦੂਰ ਕਰ ਦੇਣ। ਤੇ ਦੂਸਰੀ ਗੱਲ ਇਹ ਕਿ ਕਾਮਯਾਬੀ ਸਾਨੂੰ ਹਮੇਸ਼ਾ ਸਾਡੇ ਕੰਫਰਟ ਜ਼ੋਨ ਤੋਂ ਬਾਹਰ ਜਾ ਕੇ ਮਿਲਦੀ ਹੈ। ਜਦੋਂ ਅਸੀਂ ਅਕਸਰ ਜ਼ਿਆਦਾਤਰ ਲੋਕ ਕੀ ਕਰਦੇ ਨੇ ਕਿ ਜਦੋਂ ਅਸੀਂ ਇੱਕ ਮੁਕਾਮ 'ਤੇ ਪਹੁੰਚ ਗਏ, ਉਸ ਮੁਕਾਮ 'ਤੇ ਅਸੀਂ ਆਪਣੇ ਕੰਫਰਟ ਜ਼ੋਨ ਵਿੱਚ ਚਲੇ ਜਾਂਦੇ ਹਾਂ ਤੇ ਉਸੇ ਪੜਾਅ ਦੇ ਮੁਕੀਮ ਹੋ ਕੇ ਰਹਿ ਜਾਂਦੇ ਹਾਂ। ਅਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਜਾਣਾ ਹੈ। ਕਾਮਯਾਬੀ ਉਦੋਂ ਸਾਨੂੰ ਹਾਸਿਲ ਹੋਊਗੀ ਜਦੋਂ ਅਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਚਲੇ ਜਾਵਾਂਗੇ। ਤੇ ਜ਼ਿੰਦਗੀ ਦੇ ਵਿੱਚ ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਤੁਸੀਂ ਨੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਤੁਸੀਂ ਕਿੱਥੋਂ ਉੱਠੇ ਹੋ, ਅੱਜ ਤੁਸੀਂ ਕਿੱਥੇ ਹੋ ਤੇ ਤੁਸੀਂ ਨੇ ਪਹੁੰਚਣਾ ਕਿੱਥੇ ਹੈ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।